ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ। ਆਓ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅੰਮ੍ਰਿਤ ਵੇਲੇ ਧੰਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਹੁਕਮ ਰੂਪ ਦੇ ਵਿੱਚ ਜੋ ਸ਼ਬਦ ਸਾਨੂੰ ਬਖਸ਼ਿਸ਼ ਕੀਤਾ ਹੈ, ਉਸ ਪਾਵਨ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਦੀ ਕਿਰਪਾ ਨਾਲ ਸਾਂਝੀ ਕਰਨ ਦਾ ਯਤਨ ਕਰੀਏ। ਅੱਜ ਦਾ ਪਾਵਨ ਸ਼ਬਦ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਟੋਡੀ ਰਾਗ ਦੇ ਵਿੱਚ ਬਖਸ਼ਿਸ਼ ਕੀਤਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 713 ਅਤੇ 714 ਦੇ ਉੱਪਰ ਅੰਕਿਤ ਹੈ। ਪਹਿਲੀਆਂ ਪੰਕਤੀਆਂ ਹੀ ਰਾਹੋਂ ਦੀਆਂ ਪੰਕਤੀਆਂ ਹਨ। ਸ਼ਬਦ ਦਾ ਕੇਂਦਰੀ ਭਾਵ ਹੈ ਜਿੱਥੋਂ ਆਪਾਂ ਵਿਚਾਰ ਆਰੰਭ ਕਰਨੀ ਹੈ। ਟੋਡੀ ਮਹਲਾ ਪੰਜਵਾਂ। ਰਸਨਾ ਗੁਣ ਗੋਪਾਲ ਨਿਧ ਗਾਇਣ। ਰਸਨਾ ਜਿਹਨੂੰ ਆਪਾਂ ਜੁਬਾਨ ਵੀ ਕਹਿੰਦੇ ਹਾਂ, ਜੀਵਾ ਵੀ ਕਹਿੰਦੇ ਹਾਂ, ਜੀਭ ਵੀ ਕਹਿੰਦੇ ਹਾਂ, ਕਿਉਂਕਿ ਪ੍ਰਮਾਤਮਾ ਅਕਾਲ ਪੁਰਖ ਨੇ ਜਿਹੜੀਆਂ ਸਾਡੇ 'ਤੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ, ਉਹਨਾਂ ਦੇ ਵਿੱਚੋਂ ਇੱਕ ਬਹੁਤ ਪਿਆਰੀ ਬਖਸ਼ਿਸ਼ ਸਤਿਗੁਰੂ ਜੀ ਨੇ ਇਹ ਰਸਨਾ ਬਖਸ਼ਿਸ਼ ਕੀਤੀ ਹੈ। ਆਪਣੇ ਅੰਦਰਲੇ ਖਿਆਲ, ਆਪਣੇ ਅੰਦਰਲੇ ਭਾਵ ਜਿਹੜੇ ਆ ਉਹਨਾਂ ਨੂੰ ਬੋਲ ਕੇ ਦੂਜਿਆਂ ਤੱਕ ਪਹੁੰਚਾਉਣ ਦਾ ਇੱਕੋ ਇੱਕ ਸਾਧਨ ਹੈ, ਉਹ ਹੈ ਸਾਡੀ ਜ਼ੁਬਾਨ। ਅੱਖਰਾਂ ਦਾ ਉਚਾਰਨ ਜ਼ੁਬਾਨ ਨਾਲ ਹੀ ਹੋ ਸਕਦਾ, ਕਿਉਂਕਿ ਪ੍ਰਭੂ ਵੱਲੋਂ ਬੋਲਣ ਦੀ ਕਲਾ ਮਨੁੱਖ ਨੂੰ ਹੀ ਮਿਲੀ ਹੈ। ਗੁਰੂ ਪਿਆਰਿਓ, ਬਾਕੀ ਜੀਵ ਜੰਤ ਤੇ ਪਸ਼ੂਆਂ ਪਾਸ ਆਵਾਜ਼ ਤਾਂ ਹੈ, ਪਰ ਉਹਨਾਂ ਕੋਲ ਆਵਾਜ਼ ਨਹੀਂ ਹੈ। ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਤੁਲਨਾਤਮਕ ਵਿਚਾਰ ਸਾਨੂੰ ਬਖਸ਼ਿਸ਼ ਕਰਦੇ ਆ। ਕਹਿੰਦੇ ਮਨੁੱਖ ਅਤੇ ਪਸ਼ੂ ਦੇ ਵਿੱਚ ਕੀ ਅੰਤਰ ਹੈ। ਪਹਿਲੀ ਬਖਸ਼ਿਸ਼ ਕੀਤੀ ਉਹਨਾਂ ਨੇ, ਪਸ਼ੂਆ ਮਨੁੱਖ ਦੇ ਅੰਤਰ ਇਹ ਹੈ, ਸ਼ਬਦ ਸੁਰਤ ਕੋ ਵਿਵੇਕ ਆ ਵਿਵੇਕ ਹੈ। ਪਸ਼ੂ ਹਰਿਓ ਕਿਉ ਸੁਣਿਓ ਅਨਸੁਣਿਓ ਕਰੇ, ਮਾਨਸ ਜਨਮ ਉਪਦੇਸ਼ ਰਿਧੇ ਟੇਕ ਹੈ। ਹੁਣ ਪਸ਼ੂ ਨੂੰ ਕਹੋ ਤਾਂ ਉਹ ਸੁਣਿਆ ਅਨਸੁਣਿਆ ਕਰ ਦੇਗਾ। ਹੁਣ ਕਈ ਵੇਲੇ ਬੰਦਾ ਨਹੀਂ ਗੱਲ ਸਮਝਦਾ, ਵੀ ਆਪਾਂ ਕਹਿੰਦੇ ਪਸ਼ੂ ਆ, ਸਮਝਦਾ ਨਹੀਂ ਗੱਲ, ਤੈਨੂੰ ਬਾਰ-ਬਾਰ ਬੋਲ ਰਹੇ ਆ, ਤੇ ਉਹ ਬੰਦਾ ਵੀ ਮਨੁੱਖ ਵੀ ਉਸ ਪਸ਼ੂ ਦੀ ਸ਼੍ਰੇਣੀ ਵਿੱਚ ਆ ਜਾਂਦਾ, ਜਿਹੜਾ ਜ਼ੁਬਾਨ ਹੁੰਦਿਆਂ, ਕੰਨ ਹੁੰਦਿਆਂ, ਦਿਮਾਗ ਦੇ ਹੁੰਦਿਆਂ ਵੀ ਗੱਲ ਨੂੰ ਸਮਝਦਾ ਨਹੀਂ ਹੈ। ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਪਸ਼ੂਆਂ ਸ਼ਬਦਹੀਨ ਜੇਵਾ ਨਾ ਬੋਲ ਸਕੇ, ਮਾਨਸ ਜਨਮ ਬੋਲੇ ਬਚਨ ਅਨੇਕ ਹੈ। ਹੁਣ ਪਸ਼ੂ ਥੋੜ੍ਹੇ ਬੋਲ ਸਕਦੇ। ਇਸੇ ਤਰ੍ਹਾਂ ਸ਼ਬਦ ਸੁਰਤ ਸੁਣ ਸਮਝ ਬੋਲੇ ਵਿਵੇਕੀ, ਨਾਤਰ ਅਚੇਤ ਪਸ਼ ਪ੍ਰੇਤ ਹੂੰ ਮੈਂ ਏਕ ਹੈ। ਨਹੀਂ ਤਾਂ ਫਿਰ ਉਹ ਵੀ ਪਸ਼ੂ ਵਰਗਾ ਹੀ ਹੈ, ਜਿਹੜਾ ਸ਼ਬਦ ਦੇ ਵਿੱਚ ਸੁਰਤ ਨਹੀਂ ਜੋੜਦਾ, ਸੁਣਦਾ ਨਹੀਂ ਹੈ, ਸਮਝਦਾ ਨਹੀਂ ਹੈ, ਤੇ ਸਮਝੇਗਾ, ਬੋਲੇਗਾ, ਵਿਵੇਕੀ ਬਣੇਗਾ। ਨਾਤਰ ਅਚੇਤ ਪਸ਼ ਪਰਤੂ ਪ੍ਰੇਤ ਹੂੰ ਮੈਂ ਏਕ ਹੈ। ਜਿੱਥੇ ਹੋਰ ਵੀ ਪਸ਼ੂ ਤੇ ਮਨੁੱਖ ਵਿੱਚ ਅੰਤਰ ਆ, ਉੱਥੇ ਇੱਕ ਇਹ ਵੀ ਫਰਕ ਹੈ ਕਿ ਪਸ਼ੂ ਬੋਲ ਨਹੀਂ ਸਕਦੇ, ਤੇ ਕੁਝ ਮਨੁੱਖ ਵੀ ਇਸ ਦਾਤ ਤੋਂ ਵਾਂਝੇ ਹਨ। ਜ਼ੁਬਾਨ ਤਾਂ ਹੈ ਪਰ ਉਹਨਾਂ ਕੋਲ ਸ਼ਬਦ ਨਹੀਂ ਹਨ, ਗੂੰਗੇ ਆ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਇਹ ਮਨੁੱਖ ਹੁਣ ਤੂੰ ਪ੍ਰਮਾਤਮਾ ਦੀਆਂ ਵਡਿਆਈਆਂ ਨੂੰ ਭੁਲਾ ਦਿੱਤਾ ਤੇ ਦੁਨੀਆ ਦੇ ਕੰਮ ਧੰਦਿਆਂ ਵਿੱਚ ਮਸਤ ਹੈ। ਜਦ ਪਸ਼ੂ ਜੂਨ ਵਿੱਚ ਪ੍ਰਵੇਸ਼ ਕਰ ਗਿਆ, ਫਿਰ ਤੇਰੇ ਕੋਲ ਪ੍ਰਭੂ ਦੇ ਗੁਣ ਕਿਸ ਤਰ੍ਹਾਂ ਗਾਏ ਜਾਣਗੇ। ਹੁਣ ਤੈਨੂੰ ਪ੍ਰਮਾਤਮਾ ਨੇ ਜ਼ੁਬਾਨ ਦਿੱਤੀ ਹੈ,
नहीं बोलता, परमात्मा की बाणी नहीं पढ़ता, परमात्मा नूं नहीं जपदा। कहते चार भाव दोए सिंह गुंग मुख तब कैसे गुण गई है, ऊठत बैठत ठेगा पर है तब कत मूंड लुकई है। तो सतगुर ने बहुत बड़ी कृपा की बाणी विच तां इत्थों तक रखिया, कहते रसना जपे ना नाम तिल तिल कर कट्टीए। कहते परमात्मा का नाम नहीं जपदी ना, इनू खंड खंड करके तिल तिल करके इनू कट देना चाहिए। जिहड़ी परमात्मा का जीवा जिहड़ी नाम नहीं जपदी। पर नाल ये भी गुरु साहब मान दो, क्योंकि रसना दो काम करदी है, एक तो बोलदी है, दूसरा सानू रसां का ज्ञान दसदी है। असी जो खाने आ मिठा नमकीन ਉਹਦਾ स्वाद बोल के दसदी है, तो दो काम करदी है। पर एक काम नहीं करना जिहड़ा गुरु नानक साहब महाराज जी ने आसा की वार दे विच बख्शिश कीता है। कहंदे इस जेवा दे नाल मिठा बोलना है, इस जेवा दे नाल परमात्मा दे गुण गाउणे हन। नहीं तो नानक फिक्का बोले हैं तन मन फिक्का होए, फिक्को फिक्का सदिए फिक्के फिक्की सोए, फिक्का दरगाह सटिए मूँह थुक्का फिक्के पाए, फिक्का मूर्ख आखिए पाना लहे सजाए। हुण परमात्मा अकाल पुरख ने बहुत बड़ी कृपा की। बड़ा सोहना किसी कवि ने लिखा भी कुदरत को ना पसंद है शक्ति जुबान में, इसलिए नहीं रखी हड्डी जवान में। एक बड़ी प्रचलित गाथा, एक मुसाफिर ना वो जा रहे सी हरिद्वार, तो हूँ घरों चलिया तो रस्ते वास्ते कुछ खाण पीण वास्ते भी रख लिया, जिथे समा मिलता सी ज़्यादा बना लेंदा सी, जां किसी को बनवा लेंदा सी, किसी के घर चले जांदा सी। अज समा बहुत हो गया, बनाउण दा समा नहीं मिलिया, किसी के घर चला गया। उस घर दे विच एक माता सी, दरवाजा खड़काया, माता बाहर निकली, माता जी मैं मुसाफिर हाँ, मैं हरिद्वार जा रहा, तो कृपा करके आ मेरे को चावल ते दाल है तो मैनू खिचड़ी बना दिओ। कहने लगे आ जाओ बेटा अंदर आ जाओ। तो माता ने चूल्हे के उपर खिचड़ी रख दी, पर उन्होंने बोलण की बड़ी आदत खराब सी उस मुसाफिर नूं। ते बैठा बैठा बोलन लग पिया, कहने लगा माता तेरे किन्ने पुत्तर? कहने लगी सुख नाल 3 पुत्तर हैं, जींदे हैं जां मर गए? कहने उन्होंने गुस्सा तो बहुत आया, पर उन्हें सोचा भी हुण 10 मिनट रुकना, इन्हें खिचड़ी खा के निकल जाएगा। थोड़ी कि देर बाद फिर बोलता माता पति जींदा जां मर गया? माता नूं थोड़ा जिहा गुस्सा तो चढ़िया, फिर सोचती है चलो इन्हें चले जाना, पर थोड़ी देर बाद फिर बोलता माता एक गल पुछनी है। कहने लगी पुछ। चंगी गल पुछी। कहने लगा माता तुहाडे घर का दरवाजा बड़ा छोटा। कहती फिर की होया? कहने लगा तुहाडी मझ खड़ी है, जे मझ मर गई तैनूं बाहर किद्दां कड्डोगे? माता नूं बहुत गुस्सा आया, उन्हें आख्या झोली कर। वो जिहड़ी खिचड़ी रिझदी पई सी ना, उहदी झोली विच पा दित्ती ते भज के बाहर निकल गया। लोग पुछदे भाई ये की है? कहने लगा मेरी जबान का रस है। सतगुरु कृपा करते, कहते नानक फिक्के बोलीए तन मन फिक्का हो। जिवें कपड़ियां उपर लगी मैल कपड़ियां नूं गंदा कर दिंदी है, इसी तरह फिक्का बोलना, मिथ्या बोलना, कौड़ा बोलना, कठोर बोलना आदि जवान नूं भी मलीन कर दिंदी। कपड़ियां दी मैल तां साबण दे सहारे उतर सकदी है, पर जवान दी मैल किदां उतरेगी? सतगुरु ये भी कहते हैं, कहते नाम कहत गोबिंद का सूची भई रसना। परमात्मा दे गुण गाएगा, तेरी ये रसना भी जिहड़ी है पवित्र हो जाएगी। अंतर गुर आराधना जेवा जप गुर नाम, सा रसना तन तन है मेरी जिंदुड़िए, गुण गावे हर प्रभ घेरे राम। वो धनता जोग है, दुनिया दे रस भी चखदी है। तो जे हुण असी कौड़ा बोलते हैं अगों भी सानू उही चीज़ प्राप्त होंदी, जे मिठा बोलते हैं उही प्राप्त होंदी है। हाँ जे परमात्मा के गुण गावांगे तो सानू की प्राप्त होएगा? अज दे शब्द में सतगुरु जी सोझी दे रहे, केंद्री भाव है पहलियां पंक्तियां का, राहो दी पंक्ति है,
ਸਭ ਕਿਰਪਾ ਕਰ ਰਿਹਾ। ਰਸਨਾ ਗੁਣ ਗੋਪਾਲ ਨਿੱਧ ਗਾਇਣ। ਨਿੱਧ ਦਾ ਅਰਥ ਹੁੰਦਾ ਖਜ਼ਾਨਾ। ਕਿਹੜਾ ਖਜ਼ਾਨਾ ਪ੍ਰਾਪਤ ਹੋਏਗਾ? ਪ੍ਰਮਾਤਮਾ ਦੇ ਗੁਣ ਗਾਉਣ ਦੇ ਨਾਲ। ਸਾਰੇ ਸੁੱਖਾਂ ਦਾ ਖਜ਼ਾਨਾ ਪ੍ਰਮਾਤਮਾ ਹੈ, ਉਹਦੇ ਗੁਣ ਗਾਉਣੇ ਹਨ। ਕੀ ਮਿਲੇਗਾ? ਸ਼ਾਂਤ, ਮਨ ਵਿੱਚ ਸ਼ਾਂਤੀ ਆਏਗੀ। ਸਹਿਜ ਆਤਮਿਕ ਡੋਲਤਾ। ਰਹਿਸ ਮਨ ਉਪਜਿਓ, ਮਨ ਦੇ ਵਿੱਚ ਖੇੜਾ ਪੈਦਾ ਹੋਏਗਾ। ਇੱਥੇ ਮਨ ਦੇ ਨੰਨੇ ਨੂੰ ਸਿਆਰੀਏ, ਮਨ ਦੇ ਵਿੱਚ। ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਪਲਾਇਣ ਰਹਾਓ। ਹੁਣ ਕੀ ਪ੍ਰਾਪਤੀ ਹੋਏਗੀ ਅੱਗੇ? ਸਤਿਗੁਰੂ ਜੀ ਕਿਰਪਾ ਕਰਦੇ ਆ। ਜੋ ਮੰਗੈ ਸੋਈ ਸੋਈ ਪਾਵਹਿ, ਸੇਵ ਹਰ ਕੇ ਚਰਨ ਰਸਾਇਣ। ਕਿਉਂਕਿ ਉਹ ਪ੍ਰਮਾਤਮਾ ਜਿਹੜਾ ਸਾਰੇ ਰਸਾਂ ਦਾ ਘਰ ਹੈ, ਉਹਦੇ ਚਰਨ ਸੇਵ ਕੇ, ਭਾਵ ਉਹਦੀ ਬੰਦਗੀ ਕਰਕੇ ਜੋ ਅਸੀਂ ਮੰਗਦੇ ਹਾਂ ਉਹ ਪ੍ਰਾਪਤ ਹੁੰਦਾ ਹੈ। ਜਨਮ ਮਰਨ ਦੋਹੂ ਤੇ ਛੂਟੇ, ਭਵ ਜਲ ਜਗਤ ਤਰਾਇਣ। ਨਿਰਾ ਇਹੀ ਨਹੀਂ ਕਿ ਪ੍ਰਭੂ ਦੀ ਸੇਵਾ ਭਗਤੀ ਕਰਨ ਵਾਲੇ ਮਨੁੱਖ ਨੂੰ ਤਾਂ ਜਨਮ ਮਰਨ ਦੋਹਾਂ ਤੋਂ ਪ੍ਰਮਾਤਮਾ ਬਚਾ ਲੈਂਦਾ ਹੈ ਅਤੇ ਸੰਸਾਰ ਸਮੁੰਦਰ ਤੋਂ ਪਾਰ ਉਹ ਲੰਘ ਜਾਂਦੇ ਹਨ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ। ਪਰਾਇਣ ਦਾ ਅਰਥ ਹੁੰਦਾ ਸਹਾਰਾ, ਆਸਰਾ। ਕਹਿੰਦੇ ਖੋਜ ਕਰਦਿਆਂ ਪ੍ਰਭੂ ਦੇ ਦਾਸ ਇਸ ਅਸਲੀਅਤ 'ਤੇ ਪਹੁੰਚ ਜਾਂਦੇ ਆ। ਅਸਲੀਅਤ ਦੀ ਵਿਚਾਰ ਉਹਨਾਂ ਦੇ ਮਨ ਵਿੱਚ ਆ ਜਾਂਦੀ ਅਤੇ ਪ੍ਰਭੂ ਦੇ ਆਸਰੇ ਰਹਿੰਦੇ ਹਨ। ਅਤੇ ਇਹ ਸਮਝ ਆ ਜਾਂਦੀ ਕਿ ਅਵਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਖੇਮ ਕਦੇ ਨਾਸ ਨਾ ਹੋਣ ਵਾਲਾ ਸੁੱਖ ਜੇ ਤੁਹਾਨੂੰ ਚਾਹੀਦਾ, ਤੇ ਕਹਿੰਦੇ ਫਿਰ ਪ੍ਰਮਾਤਮਾ ਅਕਾਲ ਪੁਰਖ ਦਾ ਸਿਮਰਨ ਕਰਿਆ ਕਰ। ਅਵਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਕਿੱਦਾਂ ਸਿਮਰਨਾ? ਪਹਿਲੀ ਸਟੇਜ ਹੈ ਕਿ ਰਸਨਾ ਗੁਣ ਗੋਪਾਲ ਨਿੱਧ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਪਲਾਇਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।